गुड मॉर्निंग स्टूडेंट। बोस आइनस्टाइन डिस्ट्रीब्यूशन लॉ बोस आइनस्टाइन स्टैटिक ਦੇ ਵਿੱਚ ਆਪਾਂ ਕੀ ਕਰਨਾ ਹੈ, ਜਿਹੜੇ ਪਾਰਟੀਕਲ ਲੈਣੇ ਆ ਉਹ ਆਪਣੇ ਕੋਲ ਹੈਗੇ ਆ ਬੋਸਨ ਐਵੇਂ ਦੇ ਪਾਰਟੀਕਲ ਹੈ ਜਿਹੜੇ ਓਬੇ ਕਰ ਰਹੇ ਆ ਬੀਈ ਸਟੈਟਿਕਸ ਨੂੰ। ਇਸ ਦੇ ਵਿੱਚ ਆਪਾਂ ਪਾਰਟੀਕਲਸ ਲੈਣੇ ਆ, ਇੰਡਿਸਟਿੰਗੁਇਸ਼ੇਬਲ ਪਾਰਟੀਕਲ ਹੈ ਬਟ ਆਇਡੈਂਟੀਕਲ ਹੋਣੇ ਚਾਹੀਦੇ ਆ। ਹੁਣ ਸਪੋਜ਼ ਆਪਾਂ ਜਿਹੜੇ ਐਨ ਪਾਰਟੀਕਲਸ ਹੈ, ਐਨ ਬੋਜ਼ੋਨਸ ਹੈ ਅਤੇ ਇੱਕ ਏ ਕੰਪਾਰਟਮੈਂਟ ਹੈ। ਲੈਟ ਆਪਣੇ ਕੋਲ G1 G2 ਅਪ ਟੂ GK ਨੰਬਰ ਆਫ ਸੈਲਸ ਹੈਗੇ ਇਨ ਕੰਪਾਰਟਮੈਂਟ ਨੰਬਰ 1 to K। ਆਪਣੇ ਕੋਲ K ਕੰਪਾਰਟਮੈਂਟ ਹੈ N1 N2 NK। ਇਸ ਤਰੀਕੇ ਨਾਲ ਆਪਾਂ ਜਿਹੜੀਆਂ ਕੰਪਾਰਟਮੈਂਟਸ ਹੈ ਉਹਨਾਂ ਨੂੰ ਸੈਲਸ ਦੇ ਵਿੱਚ ਡਿਵਾਈਡ ਕਰਾਂਗੇ। K ਕੰਪਾਰਟਮੈਂਟ ਹੈ ਆਪਣੇ ਕੋਲ, ਇਹ ਵਾਲਾ ਸਿਸਟਮ ਹੈ। ਇਸ ਨੂੰ ਆਪਾਂ N ਜਿਹੜੇ ਕੰਪਾਰਟਮੈਂਟ ਉਸ ਦੇ ਵਿੱਚ K ਕੰਪਾਰਟਮੈਂਟ ਦੇ ਵਿੱਚ ਡਿਵਾਈਡ ਕਰਾਂਗੇ। ਫਿਰ ਇਹ K ਕੰਪਾਰਟਮੈਂਟਸ ਤੋਂ ਡਿਵਾਈਡ ਕਰਨ ਤੋਂ ਬਾਅਦ ਸਪੋਜ਼ ਇਸ ਦੇ ਵਿੱਚ N1 ਨੰਬਰ ਆਫ ਪਾਰਟੀਕਲਸ ਹੈ, N2 ਨੰਬਰ ਹੈ, ਅਪ ਟੂ ਸੋਨ ਚੱਲਦੇ ਜਾਣਗੇ। ਹੁਣ ਜਿਹੜਾ N1 ਵਾਲਾ ਹੈਗਾ ਉਸ ਨੂੰ ਆਪਾਂ G1 ਸੈੱਲ ਦੇ ਵਿੱਚ ਡਿਵਾਈਡ ਕਰਾਂਗੇ ਤਾਂ ਇਹ ਵਾਲੇ ਆਪਣੇ ਕੋਲ ਸੈੱਲ ਹੋ ਸਕਦੇ ਆ। ਅਗਰ ਆਪਣੇ ਕੋਲ N1 ਹੈਗਾ, ਤੁਹਾਡੇ ਕੋਲ 3 ਪਾਰਟੀਕਲਸ ਹੈ, GI ਮਤਲਬ ਆਪਣੇ ਕੋਲ 2 ਹੈ। 3 ਪਾਰਟੀਕਲਸ ਨੂੰ ਆਪਾਂ 2 ਫੇਸ ਸਪੇਸ ਸੈੱਲ ਦੇ ਵਿੱਚ ਡਿਸਟਰੀਬਿਊਟ ਕਰਾਂਗੇ। ਦੈਨ ਕਿਵੇਂ ਕਰ ਸਕਦੇ ਹਾਂ, ਪਹਿਲਾਂ ਆਪਣੇ ਕੋਲ ਫਸਟ ਦੇ ਵਿੱਚ ਆ ਸਕਦੇ ਆ ਇਹ ਵਾਲੇ ਅਤੇ ਸੈਕਿੰਡ ਦੇ ਵਿੱਚ ਇਹ ਹੋ ਸਕਦਾ। ਪਹਿਲਾਂ ਆਪਣੇ ਕੋਲ ਐਬਸੈਂਟ ਅਤੇ ਤਿੰਨੋਂ ਆਪਣੇ ਕੋਲ ਸੈਕਿੰਡ ਸੈੱਲ ਦੇ ਵਿੱਚ ਹੋ ਸਕਦੇ ਆ। ਇੱਕ ਹੋਰ ਪੋਸੀਬਿਲਿਟੀ 2 ਏਜ ਦੇ ਵਿੱਚ ਆ ਸਕਦੇ, ਇੱਕ ਏਜ ਦੇ ਵਿੱਚ, ਇੱਕ ਫਸਟ ਦੇ ਵਿੱਚ ਆ ਸਕਦਾ ਅਤੇ 2 ਆਪਣੇ ਕੋਲ ਸੈਕਿੰਡ ਸੈੱਲ ਦੇ ਵਿੱਚ ਆ ਸਕਦੇ। ਤਾਂ ਆਪਣੇ ਕੋਲ ਟੋਟਲ ਵੇਜ਼ ਕਿੰਨੇ ਹੈਗੇ ਆ 4। ਇਹ ਆਪਾਂ 4 ਕਿਵੇਂ ਕੈਲਕੂਲੇਟ ਕਰਾਂਗੇ, ਅਗਰ ਆਪਾਂ N1 + G1 -1 ਤੇ 3 + 2 -1 ਕਰ ਦਈਏ ਤਾਂ ਆਪਣੇ ਕੋਲ ਕੀ ਆ ਰਹੇ 4। ਇਸ ਦਾ ਨਦਰ ਵੀ ਕੀ ਹੈਗਾ, ਅਗਰ ਇਸ ਦਾ ਆਪਾਂ ਫੈਕਟੋਰੀਅਲ ਕਰ ਦਈਏ, ਇਹ ਵਾਲੀ ਟਰਮ ਦਾ ਫੈਕਟੋਰੀਅਲ ਕਰ ਦਈਏ ਅਪੋਨ G1 - 1 ਫੈਕਟੋਰੀਅਲ ਇੰਟੂ N1 ਫੈਕਟੋਰੀਅਲ, ਤਾਂ ਇਸ ਨੂੰ ਸੋਲਵ ਕਰਕੇ ਕੀ ਬਣ ਜਾਏਗਾ, ਉੱਪਰ ਬਣ ਰਿਹਾ 4 ਫੈਕਟੋਰੀਅਲ ਅਪੋਨ ਨੀਚੇ ਹੈਗਾ 2 - 1 1 ਦਾ ਫੈਕਟੋਰੀਅਲ ਇੰਟੂ N1 ਫੈਕਟੋਰੀਅਲ 3 ਦਾ ਫੈਕਟੋਰੀਅਲ। ਠੀਕ ਹੈ, ਇਸ ਨੂੰ ਜਦੋਂ ਆਪਾਂ ਓਪਨ ਕਰਾਂਗੇ ਤਾਂ ਆਪਣੇ ਕੋਲ ਇਹ ਵਾਲੀ ਟਰਮ ਆ ਰਹੀ ਹੈ 3 × 2 × 1। ਇਸ ਦੇ ਨਾਲ ਹੀ ਕੈਂਸਲ ਹੋ ਗਿਆ ਤਾਂ ਆਪਣੇ ਕੋਲ ਕਿੰਨੇ ਵੇਜ਼ ਆ ਰਹੇ ਆ 4। ਇਹ ਵਾਲੇ ਜਿਹੜੇ ਪਾਰਟੀਕਲਸ ਹੈ ਉਸ ਨੂੰ ਫੇਸ ਸੈੱਲ ਦੇ ਵਿੱਚ ਆਪਾਂ ਕਿਵੇਂ ਡਿਸਟਰੀਬਿਊਟ ਕਰ ਰਹੇ ਹਾਂ। ਠੀਕ ਹੈ, ਉਸ ਦਾ ਵੇ ਹੈਗਾ ਉਸ ਨੂੰ ਕਰਨ ਦਾ ਇਹ ਵਾਲਾ NI + GI -1 ਅਪੋਨ GI -1 ਦਾ ਫੈਕਟੋਰੀਅਲ ਇੰਟੂ NI ਦਾ ਫੈਕਟੋਰੀਅਲ। ਇਸ ਤਰੀਕੇ ਨਾਲ ਆਪਾਂ ਕੋਈ ਵੀ ਜਿਹੜੇ ਪਾਰਟੀਕਲਸ ਹੈ, ਨੰਬਰ ਆਫ ਪਾਰਟੀਕਲ, ਉਹਨਾਂ ਨੂੰ ਡਿਸਟਰੀਬਿਊਟ ਕਰ ਸਕਦੇ ਹਾਂ, ਉਹਨਾਂ ਦੇ ਵੇਜ਼ ਕੱਢ ਸਕਦੇ ਹਾਂ। ਹੁਣ ਇਹ ਜਿਹੜੇ ਅਗਰ ਵੇਜ਼ ਹੈ ਇਹ ਆਪਣੇ ਕੋਲ ਟੋਟਲ ਨੰਬਰ ਆਫ ਮੀਨਿੰਗਫੁਲ ਵੇਜ਼ ਹੈਗੇ NI ਪਾਰਟੀਕਲ ਨੂੰ GI ਸੈੱਲ ਦੇ ਵਿੱਚ ਡਿਸਟਰੀਬਿਊਟ ਕਰਨ ਦੇ ਲਈ, ਤਾਂ ਆਪਾਂ ਉਹ ਵਾਲੇ ਵੇਜ਼ ਨੂੰ ਕਿਸ ਦੇ ਕੋਲ ਲਿਖਾਂਗੇ WI ਦੇ। WI ਹੈਗੇ ਥਰਮੋਡਾਇਨਮਿਕ ਪ੍ਰੋਬੇਬਿਲਿਟੀ ਆਫ ਡਿਸਟਰੀਬਿਊਟਿੰਗ N ਪਾਰਟੀਕਲ ਇਨ GI ਸੈੱਲ ਦੇ ਵਿੱਚ। ਹੁਣ ਜਿਹੜੀ W ਹੈਗੀ ਹੈ, ਠੀਕ ਹੈ, ਥਰਮੋਡਾਇਨਮਿਕ ਪ੍ਰੋਬੇਬਿਲਿਟੀ ਹੈ, ਉਹ ਆਪਣੇ ਕੋਲ ਕੀ ਹੈ W1 × W2 + W3 ਅਪ ਟੂ ਸੋ ਔਨ। K ਜਿਹੜੇ ਕੰਪਾਰਟਮੈਂਟਸ ਹੈ ਉਹਨਾਂ ਦੀ ਅਗਰ ਆਪਾਂ ਅਲੱਗ-ਅਲੱਗ ਲੈ ਕੇ ਚੱਲੀਏ ਥਰਮੋਡਾਇਨਮਿਕ ਪ੍ਰੋਬੇਬਿਲਿਟੀ ਉਹਨਾਂ ਦੀ ਮਲਟੀਪਲਾਈ ਦੇ ਇਕੁਅਲ ਹੈ। ਦੈਨ ਇਸ ਨੂੰ ਆਪਾਂ ਕੀ ਲਿਖਾਂਗੇ ਪਾਈ I = 1 to K ਇੰਟੂ WI। ਤਾਂ W ਆਹ ਵਾਲੀ ਟਰਮ ਆਪਣੇ ਇਹ ਵਾਲੀ ਟਰਮ ਹੈਗੀ ਹੈ, ਇਸ ਨੂੰ ਆਪਾਂ ਪਾਈ ਦੀ ਫਾਰਮ 'ਚ ਲਿਖਾਂਗੇ W = ਪਾਈ I = 1 to K ਇੰਟੂ NI + GI -1 ਦਾ ਫੈਕਟੋਰੀਅਲ ਅਪੋਨ GI -1 ਦਾ ਫੈਕਟੋਰੀਅਲ ਇੰਟੂ NI ਫੈਕਟੋਰੀਅਲ। ਉਸ ਤੋਂ ਬਾਅਦ ਇਸ ਟਰਮ 'ਤੇ ਆਪਾਂ ਲੌਗ ਲਾਉਣਾ, log W = log NI + GI -1 ਫੈਕਟੋਰੀਅਲ ਮਾਈਨਸ log GI -1 ਫੈਕਟੋਰੀਅਲ ਇੰਟੂ ਮਾਈਨਸ log NI ਫੈਕਟੋਰੀਅਲ। ਉਸ ਤੋਂ ਬਾਅਦ ਆਪਾਂ ਸਟੀਰਲਿੰਗ ਫਾਰਮੂਲਾ ਯੂਜ਼ ਕਰਾਂਗੇ ਇਸ ਦੇ ਉੱਪਰ, ਤਾਂ ਆਪਣੇ ਕੋਲ ਇਹ ਕੀ ਬਣ ਜਾਊਗਾ log N ਫੈਕਟੋਰੀਅਲ ਬਣ ਜਾਏਗਾ N log N - N NI + GI -1 ਅੱਗੇ ਆ ਗਿਆ ਇੰਟੂ log NI + GI -1 ਮਾਈਨਸ NI + GI -1। ਇਸ ਤਰੀਕੇ ਨਾਲ ਆਪਾਂ 2 ਟਰਮ ਸੀ ਉਹਨਾਂ 'ਤੇ ਸਟੀਰਲਿੰਗ ਫਾਰਮੂਲਾ ਯੂਜ਼ ਕਰਾਂਗੇ। ਹੁਣ ਇਸ ਦੇ ਵਿੱਚ ਕੀ ਹੈ, ਇਹ ਵਾਲੀ ਜਿਹੜੀ ਟਰਮ ਹੈ, ਠੀਕ ਹੈ, ਇਹ ਕੀ ਬਣ ਰਿਹਾ ਅਲੱਗ-ਅਲੱਗ ਕਰ ਲਾਂਗੇ ਇਸ ਨੂੰ ਆਪਾਂ -NI - GI ਅਤੇ +1 GI -1 ਦੇ ਨਾਲ ਆਹ ਟਰਮ ਦੋਨੇ ਕੈਂਸਲ ਹੋ ਜਾਣਗੇ, -NI ਦੇ ਨਾਲ +NI ਇਹ ਵਾਲਾ ਕੈਂਸਲ ਹੋ ਜਾਏਗਾ। ਤਾਂ ਆਪਣੇ ਕੋਲ ਕੀ ਰਹਿ ਜਾਏਗਾ NI + GI -1
इंटू लॉग एन आई प्लस जी आई माइनस वन, ए टर्म कैंसिल होगी, माइनस जी आई माइनस वन इंटू लॉग जी आई माइनस वन माइनस एन लॉग एन आई। उस तो बाद आप डिफरेंशिएट करांगे, डिफरेंशिएट करन दे विच जिहड़ा जी आई है उसनूं आपां कॉन्सटेंट लैके चलना, मीनस उसकी जिहड़ी डिफरेंशिएशन है वो जीरो दे इक्वल है। डेरीवेटिव ऑफ लॉग डबल्यू इज इक्वल्स टू एन आई प्लस जी आई माइनस वन एज इट इज़, लॉग दी इंटीग्रेशन वन बाई लॉग आ जाए, वन बाई एक्स आ जाएगी, एन आई प्लस जी आई माइनस वन इंटू एन आई दी डी एन आई प्लस लॉग वाली टर्म एज इट इज़, एज दी आ जाएगी अपने को डी एन आई, एज दे उपर ए टर्म सारियां जीरो दे इक्वल आ जाएंगियां, माइनस एन आई एज इट इज़ लॉग एन आई दी वन बाई एन आई इंटू एन आई दी डी एन आई प्लस लॉग एन आई एज इट इज़ एन आई दी बन जाएगी डी एन आई। उस तो बाद अपने को की है हुण डी एन आई, ठीक है, आ वाली टर्म दे नाल आ वाली टर्म कैंसल, डी एन आई प्लस डी एन आई लॉग एन आई प्लस जी आई माइनस वन, एन आई दे नाल एन आई कैंसल, माइनस डी एन आई माइनस डी एन आई लॉग एन आई, डी एन आई दे नाल डी एन आई कैंसल, तो अपने को बन जाएगा लॉग एन आई प्लस जी आई माइनस वन माइनस लॉग एन आई इंटू डी एन आई, ठीक है। आ दोनों टर्म्स दे विच आपां एन आई डी एन आई है जिहड़ा कॉमन कर लिया। हुण एन आई है जिहड़ा वेरी वेरी लार्ज है एज कंपेयर टू वन, फिर आप ए वाली जी एन आई प्लस जी आई माइनस वन इसनूं अप्रोक्सीमेटली किस दे उपर लिख सकते हैं, एन आई प्लस जी आई दे, वन नूं आपां निगलैक्ट कर सकते हैं बिकॉज एन इज़ वेरी लार्ज। तो डी डेरीवेटिव ऑफ लॉग डबल्यू इज इक्वल्स टू समीशन आई इज इक्वल्स टू वन टू के लॉग एन आई प्लस जी आई, इस दी जगह पर लिखता आप माइनस लॉग एन आई इंटू डी एन आई। हुण जिहड़ी मोस्ट प्रोबेबल स्टेट है उस दे विच थर्मोडायनेमिक प्रोबेबिलिटी की वैल्यू अपने को जीरो होएगी, जीरो कदों मैक्सीमम होएगी, दैट मीनस जिहड़ा डेरीवेटिव हैगा लॉग डबल्यू का वो की होना चाहिए जीरो, तो आ वाली टर्म भी अपने को जीरो दे इक्वल रह जाएगी, लॉग एन आई प्लस जी आई माइनस लॉग एन आई डी एन आई इज इक्वल्स टू जीरो, ए टर्म जीरो दे इक्वल है। हुण जिहड़ा आपां सिस्टम लैके चल रहे हैं वो आइसोलेटेड सिस्टम है, मीनस जो टोटल नंबर ऑफ पार्टिकल है वो भी अपने को कॉन्सटेंट है, तो जी टोटल एनर्जी हैगी है वो भी अपने को की है कॉन्सटेंट है, एन आई भी कॉन्सटेंट है, एन आई यू आई कॉन्सटेंट है। अगर डेरीवेटिव कर दी इन्हों का तो की बन जाएगा समीशन डी एन आई इज इक्वल्स टू जीरो, तो समीशन यू आई इंटू डी एन आई इज इक्वल्स टू जीरो। ए वाली इक्वेशन अल्फा के नाल ते बिटा इस नूं बिटा दे नाल मल्टीप्लाई करा के ए वाली टर्म ए वाली इक्वेशन दे विचों आपां माइनस कर देंगे, तो की बन जाएगा लॉग एन आई प्लस जी आई माइनस लॉग एन आई इंटू डी एन आई माइनस अल्फा डी एन आई, आ वाली इक्वेशन माइनस बिटा यू आई डी एन आई इज इक्वल्स टू जीरो। हुण अगर वेरीएशन आ रही है डी एन आई दे विच तो आपां की लिखांगे लॉग एन आई प्लस जी आई माइनस लॉग एन आई माइनस अल्फा माइनस बिटा यू आई इज इक्वल टू जीरो, ए वाली टर्म अपनी जीरो के इक्वल होएगी, तो इत्थे अपलाई कर देंगे आप लॉग वाला, लॉग एक्स माइनस वाई नूं लिखांगे लॉग एक्स अपॉन वाई लॉग एन आई प्लस जी आई अपॉन लॉग एन आई इज इक्वल टू अल्फा प्लस बिटा यू आई। हुण इस नूं आपां की लिख सकते हैं, लॉग नूं अलग अलग करके लिख लांगे लॉग एन आई अपॉन एन आई प्लस लॉग जी आई अपॉन एन आई, आ वाले लॉग नूं उधर लैके जावांगे तो ई दी फॉर्म च बन जाएगा, इत्थे रह जाएगा वन प्लस जी आई अपॉन एन आई, इस नूं की लिखांगे आपां ई दी पावर अल्फा इंटू ई दी पावर बिटा यू आई, तो एन आई की वैल्यू कैलकुलेट करांगे वो की बन जाएगा ई दी पावर अल्फा ई दी पावर बिटा यू आई माइनस वन, उस तो बाद आपां जी आई दे नाल इस नूं डिवाइड कर देंगे तो अपने कोल एन आई की वैल्यू आ जाएगी। नैक्सट हुण अगर अपने कोल एन आई जिहड़े नंबर ऑफ पार्टिकल्स ने पर यूनिट एनर्जी इंटरवल दे विच वो मीन एनर्जी नूं करस्पोंड कर रहे हैं मीनस यू नूं, तो आपां एन आई की जगह तो एन यू लिखांगे, तो एनर्जी इंटरवल है अपना डी यू, तो एन यू डी यू किस दे इक्वल आ जाएगा जी यू अपॉन ई दी पावर अल्फा ई दी पावर बिटा यू माइनस वन इंटू डी यू दे इक्वल। हुण जी यू जिहड़े नंबर ऑफ एनर्जी लैवल्स है करस्पोंडिंग टू द मीन एनर्जी स्टेट यू दे लई है, बिटा की वैल्यू अपने को नोन है, बिटा इज इक्वल टू वन बाय के टी है, के तुहाडे कोल वोल्टेज मैन कॉन्सटेंट है, टी है टैंपरेचर इन कैलविन, तो एन यू डी यू किस दे इक्वल है जी यू अपॉन ई दी पावर अल्फा
ਇੰਟੂ e ਦੀ ਪਾਵਰ u ਅਪੋਨ kt ਬੀਟਾ ਦੀ ਵੈਲਿਊ ਪੁੱਟ ਕੀਤੀ -1 ਇੰਟੂ du। ਇਹ ਐਕਸਪ੍ਰੈਸ਼ਨ ਹੈਗਾ ਬੋਸ ਆਈਨਸਟਾਈਨ ਡਿਸਟ੍ਰੀਬਿਊਸ਼ਨ ਲਾਅ ਦਾ। ਇਹ ਆਪਾਂ ਨੂੰ ਕੀ ਗਿਵਨ ਕਰ ਰਿਹਾ, ਕੀ ਦੇ ਰਿਹਾ, ਡਿਸਟ੍ਰੀਬਿਊਸ਼ਨ ਆਫ ਐਨਰਜੀ ਅਮੰਗ ਦਾ ਬੋਜ਼ਨਸ ਇਨ ਦਾ ਮੋਸਟ ਪ੍ਰੋਬੇਬਲ ਸਟੇਟ ਆਫ ਦਾ ਸਿਸਟਮ। ਮੋਸਟ ਪ੍ਰੋਬੇਬਲ ਸਟੇਟ ਦੇ ਵਿੱਚ ਬੋਜ਼ਨ ਦੀ ਡਿਸਟ੍ਰੀਬਿਊਸ਼ਨ ਹੈਗੀ ਹੈ ਐਨਰਜੀ ਦੀ।